बातां नूं जद गल विच बावां पावे किते रुक जावे जद गल विच बावां पावे किते रुक जावे पहली तकनी च सा मेरा रुकिया तकनी च सा मेरा रुकिया इश्क आली गल चल पई हेलो Guess who's back? ਅੱਜ ਤੱਕ ਸਾਡੀਆਂ ਸਿਰਫ 2 ਹੀ ਵੀਡੀਓਜ਼ ਆਈਆਂ YouTube ਤੇ ਇਹ ਸਾਡੀ ਦੂਜੀ ਵੀਡੀਓ ਆ ਸਾਡੀ ਦੂਜੀ ਵੀਡੀਓ ਆ ਤੁਹਾਡੀ ਫਰਮਾਇਸ਼ ਤੇ ਯਾ ਕਿਉਂਕਿ ਮੈਂ ਹੁਣ ਤੇ ਨਹੀਂ ਮੈਂ ਕਾਫੀ ਟਾਈਮ ਤੋਂ ਪ੍ਰੈਗਨੈਂਟ ਆ ਤੇ ਜਦੋਂ ਦੀ ਮੈਂ ਪ੍ਰੈਗਨੈਂਟ ਹੋਈ ਆ ਮੈਂ ਕੁਝ ਵੀ ਜ਼ਿਆਦਾਤਰ ਪੋਸਟ ਨਹੀਂ ਕੀਤਾ ਮੇਰੇ ਬਾਰੇ ਤੇ ਹੁਣ ਬਹੁਤ ਜ਼ਿਆਦਾ ਲੋਕਾਂ ਨੇ ਮੈਨੂੰ ਪੁੱਛਿਆ ਕਿ ਪਲੀਜ਼ ਤੁਸੀਂ ਸਾਡੀ ਕੁਐਸਚਨ ਦਾ ਆਨਸਰ ਦਿਓ ਫਲਾਣਾ ਟਿੰਗਣਾ ਯੂ نو ਐਂਡ ਸੋ ਔਨ ਫਿਰ ਆਪਾਂ ਸੋਚਿਆ ਦੇਖ ਦਿੰਦੇ ਆ ਆਪਾਂ ਤੇ ਵਿਹਲੇ ਅੱਜ ਸੰਡੇ ਆ ਅੱਜ ਸੰਡੇ ਐਂਡ ਵੀ ਆਰ ਵੈਰੀ ਸੌਰੀ ਫॉर द बैड ਲਾਈਟਿੰਗ ਕਿਉਂਕਿ ਆਪਾਂ ਕੋਈ ਗੱਲ ਨਹੀਂ First of all, ਆਪਾਂ ਕਿਹੜਾ ਪ੍ਰੋਫੈਸ਼ਨਲ ਆ ਆਪਾਂ ਪ੍ਰੋਫੈਸ਼ਨਲ ਯੂਟਿਊਬਰ ਨਹੀਂ ਆ ਆਪਾਂ ਸਿਰਫ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇਣਾ ਚਾਹੁੰਦੇ ਸੀ ਇਸ ਕਰਕੇ ਸ਼ਾਇਦ YouTube ਤੇ ਪਾਈਏ ਪਰ ਸ਼ਾਇਦ ਹੋ ਸਕਦਾ Instagram ਤੇ ਵੀ ਆ ਜਾਏ ਹਨਾ ਸੋਚਾਂਗੇ ਜਿੱਥੇ ਜ਼ਿਆਦਾ ਕਲਿੱਕਸ ਮਿਲਣਗੇ ਡਿਪੈਂਡ ਕਰਦਾ ਆ ਕਿ ਕਿੰਨੀ ਲੰਬੀ ਹੁੰਦੀ ਆ ਸੋ ਇਹ ਵੀਡੀਓ ਕਾਦੇ ਬਾਰੇ ਆ ਮੈਂ ਤੁਹਾਨੂੰ Instagram ਤੇ ਕਈ ਪੁੱਛਿਆ ਸੀ ਕਿ ਜੇ ਤੁਹਾਡੇ ਕੋਲ ਕੋਈ ਕੁਐਸਚਨ ਹੈਗੇ ਨੇ ਮੇਰੀ ਪ੍ਰੈਗਨੈਂਸੀ ਬਾਰੇ ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਮੈਂ ਵੀਡੀਓ ਦੇ ਵਿੱਚ ਆਨਸਰ ਦਵਾਂਗੀ ਤੁਹਾਨੂੰ ਆਪਾਂ ਆਨਸਰ ਦਵਾਂਗੇ ਤੁਹਾਨੂੰ ਹੈਨਾ ਮੈਂ ਵੀ ਦਊਂਗਾ ਜਾ ਇਹ ਵੀ ਦੇਣਗੇ ਯੈਸ ਤੁਸੀਂ ਥੋੜੀ ਜਿਹੀ ਗਾਓ ਕਿ ਬੈਠੋ ਤੁਹਾਡੇ ਸ਼ਕਲ ਹੀ ਨਹੀਂ ਨਜ਼ਰ ਆਉਂਦੀ ਕੋਸ਼ਾਂ ਟੋਲਾ ਕੇ ਬੈਠਾ ਮੈਂ ਯਾ ਤੇ ਵਿਚਾਰੀ ਨਹੀਂ ਲਾ ਸਕਦੀ ਪਰ ਕੋਈ ਗੱਲ ਨਹੀਂ ਮੈਂ ਲਾ ਸਕਦੀ ਹਾਂ ਲਾਉਣੀ ਯਾ ਨਹੀਂ ਪਤਾ ਨਹੀਂ ਤੂੰ ਰਹਿਣ ਦੇ ਓਕੇ ਕੁਐਸਚਨਸ ਵੈਸੇ ਮੈਂ ਨੋਟ ਕੀਤੇ ਹੋਏ ਆ ਤੁਸੀਂ ਸਾਰੇ ਪੜ੍ਹ ਕੇ ਦੱਸੋ ਮੈਂ ਪੜੂੰਗਾ ਹਾਂ ਤੇ ਤੁਸੀਂ ਜਵਾਬ ਦਿਓ ਹੈਨਾ ਅੱਛਾ ਓਕੇ ਤੇ ਫਿਰ ਫਰਸਟ ਕੁਐਸਚਨ ਪਹਿਲਾ ਸਵਾਲ ਤੁਸੀਂ ਸੋਚਿਆ ਸੀ ਕਿ ਪ੍ਰੈਗਨੈਂਸੀ ਇੰਨੀ ਔਖੀ ਹੋਣੀ ਆ ਜਾਂ ਸੌਖੀ ਹੋਣੀ ਆ ਤੁਹਾਡੇ ਵਾਸਤੇ ਫਨੀ ਥਿੰਗ ਇਸ ਤੁਸੀਂ ਸੱਚੀ ਪੰਜਾਬੀ ਦੇ ਵਿੱਚ ਚੀਜ਼ਾਂ ਲਿਖੀਆਂ ਆ ਮੇਰੇ ਲਈ ਪ੍ਰੈਗਨੈਂਸੀ ਵੈਸੇ ਹਾਰਡ ਹੋਈ ਆ ਹਨਾ ਐਂਡ ਤੇ ਜ਼ਿਆਦਾ ਔਖਾ ਸੀ ਐਂਡ ਤੇ ਔਖਾ ਆ ਅੱਜ ਵੀ ਔਖਾ ਆ ਮੈਂ ਜੇ ਐਂਡ ਜਿਹੜਾ ਹੁਣ ਜ਼ਿਆਦਾ ਔਖਾ ਹੋਣਾ ਪਰ ਟੂ ਬੀ ਓਨੈਸਟ ਮੈਂ ਕਦੀ ਇੰਨਾ ਸੋਚਿਆ ਹੀ ਨਹੀਂ ਉਸ ਬਾਰੇ ਮਤਲਬ ਆਪਾਂ ਕਦੀ ਮੈਂ ਕਦੀ ਵੀ ਨਹੀਂ ਸੋਚਿਆ ਕਿ ਓ ਮਾਈ ਗॉड ਮੈਨੂੰ ਡਰ ਲੱਗਦਾ ਮੈਂ ਪ੍ਰੈਗਨੈਂਸੀ ਬਹੁਤ ਹਾਰਡ ਹੋਣੀ ਆ ਜਾਂ ਕੁਝ ਵੀ ਆਬਵੀਅਸਲੀ ਤੁਸੀਂ ਇੱਕ ਬੇਬੀ ਨੂੰ ਬਰਥ ਦੇਣਾ ਆ ਤੇ ਟਾਈਮ ਦੇ ਨਾਲ ਇੰਨਾ ਆਸਾਨ ਤੇ ਹੋ ਨਹੀਂ ਸਕਦਾ ਢਿੱਡ ਹੋਣਾ ਵਾ ਹੁੰਦਾ ਉਹਨਾਂ ਜ਼ਿਆਦਾ ਔਖਾ ਹੁੰਦਾ ਹੈ ਤੁਸੀਂ ਫਿਰ ਹਿਸਾਬ ਲਾ ਲਓ ਆਪੇ ਪਰ ਮੇਰੀ ਪ੍ਰੈਗਨੈਂਸੀ ਮੈਨੂੰ ਲੱਗਦਾ ਹੈ ਕਿ ਇੰਨੀ ਹਾਰਡ ਨਹੀਂ ਸੀ ਪਰ ਹੁਣ ਐਂਡ ਤੇ ਕਾਫੀ ਹਾਰਡ ਹੈ ਕਿਉਂਕਿ ਮੇਰੀ ਬੇਬੀ ਬੈਲੀ ਕਾਫੀ ਵੱਡੀ ਆ ਤੇ ਸਾਰਾ ਕੁਝ ਔਖਾ ਲੱਗਣ ਲੱਗ ਪਿਆ ਪਰ ਜਿਹੜਾ ਫਰਸਟ ਟ੍ਰਾਈਮੈਸਟਰ ਤੇ ਸੈਕੰਡ ਟ੍ਰਾਈਮੈਸਟਰ ਦੇ ਵਿੱਚ ਮੈਨੂੰ ਜ਼ਿਆਦਾ ਪ੍ਰੋਬਲਮਸ ਨਹੀਂ ਆਈਆਂ ਸੌਖੀਆਂ ਲੰਘੀਆਂ ਕੰਮਾਂ ਕਾਜਾਂ ਚ ਲੰਘੀਆਂ ਸਾਨੂੰ ਦੂਸਰੀਆਂ ਟੈਨਸ਼ਨਾਂ ਸੀ ਸਾਨੂੰ ਟੈਨਸ਼ਨ ਸੀ ਮੈਂ ਪ੍ਰੈਗਨੈਂਟ ਆ ਤੇ ਆਪਾਂ ਬੇਬੀ ਹੋਣ ਤੋਂ ਪਹਿਲਾਂ ਇੰਨੀਆਂ ਚੀਜ਼ਾਂ ਕੰਪਲੀਟ ਕਰਨੀਆਂ ਆ ਤੇ ਅਜੇ ਵੀ ਉਹੀ ਚੀਜ਼ ਦੀ ਟੈਨਸ਼ਨ ਹੈ ਬਸ ਟੈਨਸ਼ਨ ਸੋ ਨੈਕਸਟ ਕੁਐਸਚਨ ਹਾਂਜੀ ਓਕੇ ਤੁਹਾਡੇ ਫੈਮਿਲੀ ਐਂਡ ਫਰੈਂਡਸ ਦਾ ਕੀ ਰਿਐਕਸ਼ਨ ਸੀ ਫੈਮਿਲੀ ਤੇ ਆਫ ਕੋਰਸ ਸਾਰਿਆਂ ਨੇ ਬਹੁਤ ਖੁਸ਼ੀ ਮਨਾਈਆਂ ਬਹੁਤ ਖੁਸ਼ ਹੋਏ ਖੁਸ਼ਖਬਰੀ ਸੁਣ ਕੇ ਤੇ ਫਰੈਂਡਸ ਆਲਸੋ ਆਬਵੀਅਸ ਮੇਰੀ ਸਾਰੀਆਂ ਸਹੇਲੀਆਂ ਰੋਣ ਲੱਗ ਪਈਆਂ ਸੀ ਮੇਰੇ ਵੀ ਦੋਸਤ ਸਾਰੇ ਰੋਣ ਲੱਗ ਪਏ ਇਹ ਰੋਂਦੇ ਪਏ ਤੈਨੂੰ ਕੀ ਪਤਾ ਮੈਂ ਸੀ ਹੁੰਦਾ ਨਾਲ ਖੁਸ਼ੀਆਂ ਚ ਕੀ ਖੁਸ਼ੀ ਚ ਤੇ reaction was very ਨਹੀਂ nice ਸਾਰੇ ਬਹੁਤ ਕਾਫੀ ਖੁਸ਼ ਸੀ ਐਂਡ ਦ ਬੈਸਟ ਥਿੰਗ ਇਜ਼ ਸਾਡੇ ਫਰੈਂਡ ਸਰਕਲ ਦੇ ਵਿੱਚ ਇੱਕ ਹੋਰ ਵੀ ਕਪਲ ਹੈ ਤੇ ਉਹ ਵੀ ਪ੍ਰੈਗਨੈਂਟ ਨੇ you man ਯਾ ਤੇ ਉਹਨਾਂ ਦੇ ਵੀ ਘਰ ਕੁੜੀ ਹੋਣ ਵਾਲੀ ਹੈ ਇਸ ਕੋਈ ਵੀ ਰਿਸ਼ਤੇ yes the next question ਹਾਂਜੀ so your cravings
ਤੁਸੀਂ ਦੱਸੋ ਮੇਰੀ ਕ੍ਰੇਵਿੰਗਸ ਹੈਗੀਆਂ ਕੋਈ? ਨਹੀਂ ਕੁਝ ਖਾਸ ਨਹੀਂ ਵੈਸੇ। ਜਿੰਨਾ ਅਨਹੈਲਦੀ ਖਾਣਾ ਮੈਂ ਆਪਣੀ ਪ੍ਰੈਗਨੈਂਸੀ ਦੇ ਵਿੱਚ ਖਾਧਾ, ਮੈਨੂੰ ਲੱਗਦਾ ਮੈਂ ਬਿਲਕੁਲ ਪੂਰੀ ਲਾਈਫ ਵਿੱਚ ਨਹੀਂ ਖਾਧਾ। ਮੈਨੂੰ ਸੀ ਮੈਂ ਬਹੁਤ ਫਾਸਟ ਫੂਡ ਖਾਦਾ। ਮੈਨੂੰ ਦਿਲ ਕਰਦਾ ਜਦੋਂ ਮੈਂ ਕੋਈ ਚੰਗੀ ਚੀਜ਼ ਖਾ ਲਾਂ, ਜਦੋਂ ਕੋਈ ਸਬਜ਼ੀ ਖਾ ਲਾਂ, ਤੇ ਮੈਨੂੰ ਮੇਰੇ ਜੀ ਨੂੰ ਕੁਝ ਹੁੰਦਾ ਆ। ਮਤਲਬ ਮੈਨੂੰ 버ਗਰ ਮਿਲ ਜੇ, ਪੀਜ਼ਾ ਮਿਲ ਜੇ, ਮੈਲਟਡ ਚੀਜ਼ ਮਿਲ ਜੇ। ਇੱਕ ਵਾਰੀ ਤੈਨੂੰ ਸਾਹ ਵੀ ਨਹੀਂ ਆਇਆ ਸੀ ਸਬਜ਼ੀ ਵੇਖ ਕੇ, ਫਿਰ ਮੈਂ 버ਗਰ ਦਿੱਤਾ ਸੌਂਕ ਕੇ, ਫਿਰ ਇਹਨੂੰ ਫਿਰ ਜਾਨ ਆਈ ਵਿੱਚ। ਨਹੀਂ also ਮੈਂ ਬਹੁਤ ਬਿਗਨਿੰਗ ਦੇ ਵਿੱਚ ਮੇਰਾ ਬਹੁਤ ਦਿਲ ਕਰਦਾ ਸੀ ਆਈਸਕ੍ਰੀਮ ਖਾਣ ਦਾ, ਹਨਾ। ਆਈਸਕ੍ਰੀਮ ਮੈਂ ਬਹੁਤ ਖਾਧੀ, ਪਰ ਖੱਟੀ ਮਿੱਠੀ ਆਈਸਕ੍ਰੀਮ ਨਹੀਂ ਜਿਹੜੀ ਹੁੰਦੀ ਜਿੱਦਾਂ ਰਸਬੇਰੀਜ਼ ਦੇ ਨਾਲ, ਤੇ ਜੈਮ ਵੀ ਵੈਸੇ ਵੀ, ਪਰ ਮੈਨੂੰ ਹਮੇਸ਼ਾ ਖੱਟੀਆਂ ਮਿੱਠੀਆਂ ਚੀਜ਼ਾਂ ਜ਼ਿਆਦਾ ਪਸੰਦ ਸੀ। ਓਕੇ ਕੂਲ। ਚੌਥਾ ਕੁਐਸਚਨ, ਤੁਹਾਡੇ ਮੂਡ ਸਵਿੰਗਸ ਬਾਰੇ ਦੱਸੋ। ਸ਼ੁਰੂ ਚ ਤੇ ਕੁਝ ਵੀ ਖਾਸ ਨਹੀਂ ਸੀ, ਪਰ ਹੁਣ ਐਂਡ ਤੇ ਵਿਚਾਰੀ ਬਹੁਤ ਇਮੋਸ਼ਨਲ ਹੋ ਜਾਂਦੀ ਆ, ਤੇ ਮੈਂ ਫਿਰ ਆਪਣਾ ਰੋਲ ਬਹੁਤ ਵਧੀਆ ਐਜ਼ ਅ ਹਸਬੈਂਡ ਨਿਭਾਉਣਾ ਵਾ, ਹਨਾ। ਤੇ ਫਿਰ ਮੈਂ ਇਹਨੂੰ ਚੁੱਪ ਕਰਾ ਦੇਣਾ, ਮੈਂ ਕਿਹਾ ਤੂੰ ਨਾ ਰੋਇਆ ਕਰ, ਮੈਂ ਹੈਗਾ। ਸ਼ੁਰੂ ਚ ਮੇਰੀ ਸੱਚੀ ਕੋਈ ਜ਼ਿਆਦਾ ਮੂਡ ਸਵਿੰਗ ਮੈਨੂੰ ਲੱਗਦਾ ਕਿ ਨਹੀਂ ਸੀ, ਪਰ ਮੈਂ ਬਹੁਤ ਇਮੋਸ਼ਨਲ ਆ। ਕੱਲ ਕੀ ਹੋਇਆ, ਤੇ ਮੈਨੂੰ ਇੰਨਾ ਹੀ ਕਹਿ ਕੇ ਗਈ ਮੈਂ ਜਿਮ ਚੱਲਾਂ, ਮੈਂ ਤੁਸੀਂ ਜਿਮ ਵਿਚਾਰੀ ਰੋਣ ਲੱਗ ਪਈ। ਮੈਨੂੰ ਪਤਾ ਵੀ ਨਹੀਂ ਮੈਂ ਕਿਉਂ ਰੋਈ ਸੀ, ਆਈ ਹੈਵ ਨੋ ਆਈਡੀਆ। ਪਰ ਯਾ ਅਦੋਂ ਹੁਣ ਜਾ ਕੇ ਮੇਰਾ ਮੂਡ, ਮੈਨੂੰ ਪਤਾ ਨਹੀਂ, ਮੈਂ ਬਹੁਤ ਇਮੋਸ਼ਨਲ ਹੋਈ ਪਈ ਆ। ਉਹ ਤਾਂ ਹੈ ਹੁਣ ਥੋੜਾ ਜਿਹਾ ਥੋੜੀ ਜਿਹੀ ਭੁੱਖ ਵੀ ਜ਼ਿਆਦਾ ਲੱਗ ਰਹੀ। ਮੈਨੂੰ ਇੰਨੀ ਭੁੱਖ ਲੱਗੀ ਆ, ਸਹੀ ਗੱਲ। ਜ਼ਿਆਦਾ ਕੁਝ ਇਮੋਸ਼ਨਲ ਰਹਿੰਦੇ ਹਨਾ। ਸੌਰੀ। ਸੋ ਤੁਹਾਨੂੰ ਫੀਲਿੰਗ ਹੈਗੀ ਸੀ ਕਿ ਬੇਬੀ ਗਰਲ ਹੋਣੀ ਆ? ਮੈਂ ਤਾਂ ਸ਼ੁਰੂ ਕਹਿੰਦਾ ਸੀ ਕਿ ਕੁੜੀ ਹੋਣੀ ਆ, ਤੇ ਫਿਰ ਲਾਸਟ ਜਦੋਂ ਆਪਾਂ ਜੈਂਡਰ ਰਿਵੀਲ ਕਰਨਾ ਸੀ, ਫਿਰ ਮੇਰਾ ਮੂਡ ਬਣ ਗਿਆ ਸੀ ਕਿ ਮੈਨੂੰ ਲੱਗਦਾ ਸੀ ਕਿ ਮੁੰਡਾ ਹੋਊਗਾ। ਫਿਰ ਲਾਸਟ ਜਦੋਂ ਆਪਾਂ ਉਹ ਇਹ ਤੁਹਾਨੂੰ ਪਤੰਗ ਜਦੋਂ ਆਪਾਂ ਉਡਾਈ ਸੀ, ਨਹੀਂ ਜਦੋਂ ਬਲੂਨ ਫਾੜਿਆ ਸੀ, ਹਾਂ ਜਦੋਂ ਬਲੂਨ ਫਾੜਿਆ ਸੀ, ਤੇ ਫਿਰ ਮੇਰਾ ਮੂਡ ਬਣ ਹੀ ਗਿਆ ਕਿ ਨਹੀਂ ਇਟਸ ਅ ਬੇਬੀ ਗਰਲ। ਪਹਿਲੇ 2 ਮਹੀਨੇ ਮੈਨੂੰ ਤਾਂ ਲੱਗਾ ਸੀ ਕਿ ਮੁੰਡਾ ਹੋਣਾ ਆ, ਮੈਨੂੰ ਨਹੀਂ ਪਤਾ ਕਿਉਂ, ਕਿਉਂਕਿ ਇੰਸਟਾਗ੍ਰਾਮ ਦੇ ਉੱਪਰ ਨਾ ਸਿਰਫ ਬੇਬੀ ਬॉयਜ਼ ਹੀ ਆਉਂਦੇ ਪਏ ਸੀ। ਪਰ ਬਾਅਦ ਵਿੱਚ ਮੈਨੂੰ ਇਦਾਂ ਲੱਗਾ, ਪਰ ਸ਼ੁਰੂ ਚ ਮੈਂ ਪ੍ਰੈਗਨੈਂਟ ਨਹੀਂ ਸੀ, ਮੈਂ ਹਮੇਸ਼ਾ ਕਹਿੰਦੀ ਸੀ ਕਿ ਸਾਡਾ ਪਹਿਲਾ ਬੇਬੀ ਕੁੜੀ ਹੋਣੀ ਆ। ਤੇ ਪਰ ਮੇਰੀ ਵੀ ਵਿਸ਼ ਸੀ ਕਿ ਪਹਿਲਾ ਬੇਬੀ ਕੁੜੀ ਹੀ ਹੋਵੇ, ਤੇਰੇ ਵਾਂਗ ਸੋਹਣੀ ਜੀ। ਯਾ ਇੱਕ ਮੇਰੇ ਹਿਸਾਬ ਨਾਲ ਇੱਕ ਕੁੜੀ ਹੋਣੀ ਇੱਕ ਘਰ ਚ ਬਹੁਤ ਜ਼ਰੂਰੀ ਆ। ਵੈਸੇ ਵੀ ਤੂੰ ਚਾਹੁੰਦੀ ਹੈ ਕਿ ਕੀ ਕਹੀਦਾ, ਚਲੋ ਰਹਿਣ ਦੋ, ਅਗਲੀ ਵਾਰੀ ਸੁਣਾਉਂਗਾ। ਕੀ ਦੱਸੋ, ਕੀ ਚਾਹੁੰਦੀ ਹੈ ਮੈਂ ਦੱਸੋ? ਕਿ ਤੇਰੇ ਵਾਂਗੂ ਨੱਕ ਨੂੰ ਹੋਵੇ, ਕੰਨ ਅੱਖਾਂ ਹੋਵੇ, ਤੇ ਮੇਰੇ ਵਾਂਗ ਨਹੀਂ ਤੇ ਉਹ ਇਹ ਪਤਾ ਹੀ ਜੋ ਮੈਂ ਕਹਿਣਾ ਚਾਹੁੰਦਾ, ਸਮਝਾ ਦੇ ਉਹਨਾਂ ਨੂੰ। ਤੇਰੀ ਪੰਜਾਬੀ ਨੂੰ ਕਿਉਂ ਵੈਸੇ ਵੀ ਤੂੰ ਚਾਹੁੰਦੀ ਕਿ ਬੇਬੀ ਨਾਨਕਿਆਂ ਤੇ ਜਾਵੇ ਜ਼ਿਆਦਾ। ਨਹੀਂ ਮੈਂ ਗੱਲ ਨਹੀਂ ਕਹੀ, ਓਕੇ। ਨਹੀਂ ਫਨੀ ਥਿੰਗ ਇਹ ਸੀ ਕਿ ਆਪਾਂ ਇੱਕ ਦਿਨ ਨਾ ਗੱਲ ਕਰਦੇ ਪਏ ਸੀ ਕਿ ਤੁਹਾਨੂੰ ਕੀ ਲੱਗਦਾ ਕਿ ਕਿੱਦਾਂ ਹੋਵੇਗੀ, ਹਨਾ। ਤੇ ਮੈਂ ਏਦਾਂ ਹੀ ਬੋਲਣ ਲੱਗ ਪਈ ਨਾ, ਮੈਂ ਕਿਹਾ ਹਾਂ ਕਾਸ਼ ਉਹਦੀਆਂ ਅੱਖਾਂ ਇਹਦੇ ਵਰਗੀਆਂ ਹੋਣ, ਤੇ ਉਹਦਾ ਨੱਕ ਇਹਦੇ ਵਰਗਾ ਹੋਵੇ, ਤੇ ਉਹਦੇ ਬੋਲਣ ਨੂੰ ਸਿਮਰਦੀਪ ਤੇ ਮਤਲਬ ਉਹਦੇ ਮਾਮਾ ਜੀ ਤੇ ਜਾਣ, ਤੇ ਇਹੋ ਜਿਹੀਆਂ ਚੀਜ਼ਾਂ। ਕਰੈਕਟਰ ਡੈਡਾ ਵਾਂਗੂ ਹੋਵੇ, ਕੈਰੈਕਟਰ ਮੇਰੇ। ਤੇ ਇਹ ਲੱਗੇ ਕਹਿੰਦੇ ਕਿ ਮੈਂ ਲੱਗੇ ਬੇਵਕੂਫ ਬੈਠਾ। ਕੋਈ ਫੀਲ ਮੈਂ ਉੱਤੋਂ ਮੇਰੀ ਮਾਸੀ ਜੀ ਦਾ ਫੋਨ ਆ ਗਿਆ, ਤੇ ਮਾਸੀ ਜੀ ਕਹਿੰਦੇ ਕਿ ਜਿਹੜੀ ਚੀਜ਼ ਜਿਹਨੂੰ ਤੁਸੀਂ ਉੱਠ ਕੇ ਸਭ ਤੋਂ ਪਹਿਲਾਂ ਦੇਖਦੇ ਹੋ ਕਿ ਬੇਬੀ ਉਹਦੇ ਤੇ ਜਾਂਦਾ ਹੈ, ਤੇ ਅੱਗੋਂ ਤੁਸੀਂ ਕੀ ਇਹਦੇ ਮੇਰੇ ਵੱਲ ਵੇਖਦੀ ਇੱਕ ਵਾਰ ਮਾਸੀ ਜੀ ਨਾ ਕਹੋ ਨੇ ਆਪਣੇ ਪਰਿਵਾਰ ਦੀਆਂ ਫੋਟੋਆਂ ਸਾਰੇ ਪਾਸੇ ਟੰਗ ਦੇਣੀਆਂ ਕਮਰੇ 'ਚ। ਨਹੀਂ ਆਮ ਜਸਟ ਕਿਡਿੰਗ। ਮੈਨੂੰ ਪਰ ਮੈਨੂੰ ਪੱਕਾ ਲੱਗਦਾ ਆ ਕਿ ਸਰਵਰਾਜ ਵਰਗੀ ਹੋਣੀ ਆ। ਮੈਨੂੰ ਪਤਾ ਨਹੀਂ ਕਿਉਂ ਮੈਨੂੰ ਏਦਾਂ ਫੀਲਿੰਗ ਆਉਂਦੀ ਹੈ ਕਿ ਇਹਨਾਂ ਵਰਗੀ ਹੋਏਗੀ, ਕਿਉਂਕਿ ਮੈਂ ਬਿਲਕੁਲ ਡਿਟੋ ਕਾਪੀ ਆਪਣੀ ਡੈਡਾ ਦੀ ਆ। ਮੇਰੀਆਂ ਆਦਤਾਂ ਵੀ ਡੈਡਾ ਵਰਗੀਆਂ ਆ, ਤੇ ਮੇਰੀ ਸ਼ਕਲ ਵੀ ਬਿਲਕੁਲ ਡੈਡਾ ਵਰਗੀ ਆ। Question number 6. Was the baby planned? ਹੁਣ ਮੈਂ ਤੁਹਾਨੂੰ ਕੀ ਦੱਸਾਂ, ਇਹ ਤੇ ਫਿਰ ਜੋ ਕਿਸਮਤ 'ਚ ਲਿਖਿਆ ਵਾ ਉਹੀ ਚੀਜ਼ ਹੋਣੀ ਹੈ। ਇੱਕ ਕੁਐਸਚਨ, ਸੌਰੀ, ਪਰ ਇੱਕ ਕੁਐਸਚਨ ਇੰਨਾ ਸਟੂਪਿਡ ਹੈ ਨਾ, ਇੱਥੇ ਜਰਮਨ ਲੋਕ ਵੀ ਕਈ ਪੁੱਛਦੇ ਆ
ਅਨਪਲੈਨਡ ਕਿੱਦਾਂ ਕੋਈ ਚੀਜ਼ ਹੋ ਸਕਦੀ ਹੈ? ਨਹੀਂ ਤੁਸੀਂ ਰਹਿ ਦਿਓ, ਅਗਲਾ ਕੁਐਸਚਨ। Okay. 7. In which pregnancy week did you do the gender reveal? 24. ਸੱਚੀ Yes. ਕਿ 22nd ਸੀ? 24 ਸੀ। ਇੱਕ ਦੋ ਹਫ਼ਤੇ ਅੱਗੇ ਪਿੱਛੇ ਹੈ। ਮੈਨੂੰ ਸੱਚ ਹਾਂ ਜਦੋਂ ਡਾਕਟਰ ਨੇ ਦੱਸਿਆ ਸੀ ਉਦੋਂ ਕੀਤਾ ਸੀ ਆਪਾਂ। ਉਹ 23rd ਦੇ ਵਿੱਚ ਮੈਨੂੰ ਲੱਗਦਾ ਦੱਸਿਆ ਸੀ, ਤੇ 24th ਦੇ ਵਿੱਚ ਜਨਰਲ ਰਿਲੀਜ਼ ਮੇਰੇ ਖਿਆਲ ਨਾਲ ਇਦਾਂ ਹੀ ਸੀ ਕੁਛ। ਕਿੰਨੀ ਕਿਲੋ ਤੁਸੀਂ ਗੇਨ ਕੀਤਾ weight ਹੁਣ ਤੱਕ? ਸੱਚੋ ਸੱਚ ਦੱਸਣਾ ਵਾ ਮੈਨੂੰ ਤਾਂ ਪਤਾ ਹੀ ਆ, ਪਰ ਹੁਣ ਤੁਸੀਂ ਕੀ ਸੋਚਦੇ ਹੋ? 20 ਕਿਲੋ ਦੇ ਹੋਣਾ ਹੁਣ ਤੱਕ ਮੈਂ ਮੇਰੀ ਪ੍ਰੋਬਲਮ ਇਹ ਸੀ ਕਿ ਮੈਂ ਪ੍ਰੈਗਨੈਂਟ ਹੋਣ ਤੋਂ ਪਹਿਲਾਂ ਵੀ 5 kg ਗੇਨ ਕਰ ਲਿਆ ਸੀ ਆਪਣੇ ਵਿਆਹ ਤੋਂ ਬਾਅਦ, ਪਰ ਹੁਣ ਤੱਕ 16 kg ਗੇਨ ਕੀਤਾ ਆ। ਤੇ ਮੈਂ 25। ਮੈਨੂੰ ਲੱਗਦਾ ਮੈਂ 20 ਆਪਾਂ ਇਕੱਠੇ ਪ੍ਰੈਗਨੈਂਟ ਹਾਂ। ਮੈਂ 25 ਇਹਨੇ 16। ਨਹੀਂ, ਜੇ ਹੁਣ 6 ਸਾਲ ਪਹਿਲਾਂ ਵੇਖੀ ਉਦੋਂ ਮੇਰਾ weight ਸੀ 48 kg 50 ਸੀ ਜਾਂ 50 ਐਂਡ ਹੁਣ ਮੇਰਾ ਹੈਗਾ ਆ 86। ਪਰ ਪ੍ਰੈਗਨੈਂਸੀ ਦੇ ਵਿੱਚ ਮੈਂ ਸਿਰਫ 16 kg ਗੇਨ ਕੀਤਾ। ਉਦੋਂ ਮੈਂ ਪਰ ਬਹੁਤ ਜ਼ਿਆਦਾ ਪਤਲੀ ਹੁੰਦੀ ਸੀ, ਬਹੁਤ ਜ਼ਿਆਦਾ। ਉਹ ਤੇ ਮੈਂ ਫਿਰ ਤੈਨੂੰ ਬਟਰ ਚਿਕਨ ਖਵਾ ਖਵਾ ਕੇ ਮੋਟਾ ਕਰਤਾ ਮੈਨੂੰ। So next question. Yes? Morning sickness ਹੋਈ ਸੀ ਤੁਹਾਨੂੰ? ਮੈਨੂੰ ਲੱਗਦਾ ਮੈਨੂੰ ਨਾ 2 ਵਾਰੀ ਵੋਮਿਟਿੰਗਸ ਆਈਆਂ। ਉਹਦਾ ਮਨ ਬਹੁਤ ਖਰਾਬ ਹੁੰਦਾ ਰਿਹਾ ਸੀ। ਫੋਰ ਐਗਜ਼ਾਮਪਲ ਜਦੋਂ ਵੀ ਮੈਨੂੰ ਤੜਕੇ ਦੀ ਸਮੈਲ ਆਉਂਦੀ ਸੀ, ਮੇਰਾ ਮਨ ਇੰਨਾ ਖਰਾਬ ਹੁੰਦਾ ਸੀ ਨਾ, ਮੈਂ ਪਾਣੀ ਵੀ ਨਹੀਂ ਪੀ ਸਕਦੀ ਸੀ। ਪਰ ਇਦਾਂ ਨਹੀਂ ਕਿ ਮੈਨੂੰ ਵੋਮਿਟਿੰਗਸ ਨਹੀਂ ਆਈਆਂ, ਪਰ ਮੈਂ ਕੁਝ ਪੀ ਨਹੀਂ ਸਕਦੀ ਸੀ। ਪਰ ਇਦਾਂ ਨਹੀਂ ਸੀ ਕਿ ਮੈਂ ਕੁਝ ਖਾ ਨਹੀਂ ਸਕਦੀ। ਮੈਨੂੰ ਭੁੱਖ ਲੱਗਦੀ ਸੀ ਬਹੁਤ ਬੁਰੇ ਤਰੀਕੇ ਨਾਲ। ਇੱਕਦਮ ਅੱਧੀ ਰਾਤ ਨੂੰ 2 ਵਜੇ ਰਾਤ ਨੂੰ, ਸਰਵਰਾਜ ਮੈਨੂੰ ਬਹੁਤ ਭੁੱਖ ਲੱਗੀ, ਮੈਨੂੰ ਹੁਣੇ ਇਸੇ ਵਕਤ ਕੁਝ ਖਾਣ ਲਈ ਲੈ ਕੇ ਦਿਓ, ਕਿਉਂਕਿ ਮੇਰਾ ਬੁਰਾ ਹਾਲ ਹੁੰਦਾ ਪਿਆ ਆ। ਪਰ ਮਾਰਨਿੰਗ ਸਿਕਨੈਸ ਨਹੀਂ, ਸਾਰਾ ਦਿਨ ਆਲ ਡੇ ਸਿਕਨੈਸ ਸੀ ਮੈਨੂੰ, ਪਰ ਵੋਮਿਟਿੰਗਸ ਨਹੀਂ ਆਈਆਂ, ਥੈਂਕ ਗॉड। ਥੈਂਕ ਗॉड। ਇਹ ਤਾਂ ਹੋਰ ਪ੍ਰੋਬਲਮ ਹੋਣੀ ਸੀ। ਸੋ ਨੈਕਸਟ ਕੁਐਸਚਨ। ਤੁਸੀਂ ਕਦੇ ਸੋਚਿਆ ਸੀ ਕਿ ਇਨ-ਲॉज ਦੇ ਘਰ ਬੇਬੀ ਨਾਲ ਰਹੋਗੇ? ਡੂ ਯੂ ਵਾਂਟ ਹਾਊਸ, ਐਨ ਓਨ ਹਾਊਸ? ਆਪਾਂ ਇਸ ਬਾਰੇ ਕੁਝ ਜ਼ਿਆਦਾ ਸੋਚਿਆ ਨਹੀਂ ਸੀ, ਪਰ ਆਪਾਂ ਪਿਛਲੇ ਸਾਲ ਹੀ ਇੱਕ ਜਗ੍ਹਾ ਖਰੀਦ ਲਈ ਸੀ, ਜਿੱਥੇ ਆਪਾਂ ਜ਼ਮੀਨ ਖਰੀਦ ਲਈ ਸੀ, ਜਿੱਥੇ ਆਪਾਂ ਆਪਣਾ ਘਰ ਬਣਾ ਸਕਦੇ ਆ। ਤੇ ਉਹਦੀ ਪਰਮਿਸ਼ਨ ਮਿਲਣ ਥੋੜਾ ਟਾਈਮ ਲੱਗਦਾ ਪਿਆ ਵਾ। ਪਰਮਿਸ਼ਨ ਸਾਨੂੰ ਗੱਲਬਾਤ ਚੱਲੀ ਨੂੰ ਤਾਂ ਸਾਲ ਵੀ ਹੋ ਚੱਲਾ ਹੈ ਹਨਾ, ਪਰ ਜਰਮਨ ਦੇ ਵਿੱਚ ਇੰਨਾ ਸੌਖਾ ਨਹੀਂ ਹੈ ਘਰ ਬਣਾਉਣਾ। ਬਿਲਕੁਲ। ਪ੍ਰੋਬਲਮ ਇਹ ਸੀ ਕਿ ਜਦ 2 ਛੋਟੀਆਂ ਜ਼ਮੀਨਾਂ ਸੀ, ਆਪਾਂ ਦੋਨੇ ਲਈਆਂ ਤੇ ਬਲਾ ਬਲਾ ਬਲਾ, ਜਾਂ ਆਪਾਂ ਉੱਪਰ ਵੱਖਰੀ ਵੀਡੀਓ ਬਣਾਵਾਂਗੇ ਜੇ ਤੁਹਾਨੂੰ ਜਾਂ ਜਦੋਂ ਸਾਰਾ ਕੁਝ ਸ਼ਾਇਦ ਸਾਡੀ ਤੀਜੀ ਵੀਡੀਓ ਵੀ ਆ ਜਾਏ, ਸ਼ਾਇਦ, ਕੋਈ ਪਤਾ ਨਹੀਂ ਹੈ। ਸੋ ਨੈਕਸਟ ਕੁਐਸਚਨ। ਬੇਬੀ ਦਾ ਨਾਮ ਕੀ ਰੱਖਣਾ? ਤੁਹਾਨੂੰ ਦੱਸਾਂ ਹਾਂ ਪੰਜਾਬੀ ਚ ਬਿੱਤਰ। ਜਾਂ ਆਪਾਂ ਬੇਬੀ ਦਾ ਨਾਮ ਤੇ ਬਹੁਤ ਸਾਲ ਪਹਿਲਾਂ ਸੋਚਿਆ ਹੋਇਆ ਸੀ, ਜੇ ਮੁੰਡਾ ਹੋਵੇ ਤਾਂ ਆ ਨਾ, ਜੇ ਕੁੜੀ ਹੋਵੇ ਤਾਂ ਆ ਨਾ। ਤੇ ਦੱਸੀਏ ਐਂਡ ਤੇ ਦੱਸਾਂਗੇ ਕਿ ਨਹੀਂ? ਤੇ ਚਲੋ ਠੀਕ ਹੈ, ਵੀਡੀਓ ਦੇ ਐਂਡ ਤੇ ਆਪਾਂ ਇਹ ਸਵਾਲ ਦਾ ਜਵਾਬ ਦਿੰਨੇ ਆ। ਯੈਸ। ਸੋ ਨੈਕਸਟ ਕੁਐਸਚਨ। ਤੁਹਾਡੀ ਫਰਸਟ ਪ੍ਰੈਗਨੈਂਸੀ ਹੈ, ਤੁਹਾਨੂੰ ਪੇਨ ਦਾ ਡਰ ਨਹੀਂ ਆ? I can't sleep because I am so scared. ਇੱਕ ਕੁਐਸਚਨ ਕਿਹਨੇ ਲਿਖਿਆ? ਮੈਨੂੰ ਤਾਂ ਨੀਂਦ ਆਉਂਦੀ ਹੈ ਬਹੁਤ ਵਧੀਆ। ਇਹਨਾਂ ਨੂੰ ਬਹੁਤ ਵਧੀਆ ਨੀਂਦ ਆਉਂਦੀ ਹੈ ਤੇ ਘਰਾਣੇ ਮਾਰ ਕੇ ਸੌ ਜਾਂਦੇ। ਯੈਸ। ਸੋ ਦੱਸੋ ਜੀ। ਤੁਸੀਂ ਵੀ ਦੱਸ ਸਕਦੇ ਹੋ ਕਿ ਮੈਨੂੰ ਡਰ ਲੱਗਦਾ ਆ। ਵੈਸੇ ਤੇ ਨਹੀਂ ਨਾ ਡਰੇ, ਤੇ ਬਹੁਤ ਖੁਸ਼ੀ ਚ ਕਹਿੰਦੀ ਯੈਸ ਆਈ ਵਾਂਟ ਨਾਰਮਲ ਬਰਡਸ, ਨੈਚੁਰਲ ਬਰਡਸ। ਜਾਂ ਮੈਨੂੰ ਇਸ ਕਰਕੇ ਨਹੀਂ ਡਰ ਨਾ ਲੱਗਦਾ ਕਿਉਂਕਿ ਮੈਂ ਜਦੋਂ ਆਂਟੀਆਂ ਦੇਖਦੀ ਹਾਂ ਤੇ ਮੈਂ ਸੋਚਦੀ ਹਾਂ ਕਿ ਜੇ ਇਹ ਮੈਨੇਜ ਕਰ ਸਕਦੇ ਆ ਵਾਈ ਨਾਟ ਸ਼ੀ, ਤੇ ਮੈਂ ਕਿਉਂ ਨਹੀਂ ਮੈਨੇਜ ਕਰ ਸਕਦੀ? ਨਹੀਂ, ਜਸਟ ਕਿਡਿੰਗ। ਪਰ ਆਬਵੀਅਸਲੀ ਸਾਡੀ ਜਿਹੜੀ ਬੋਡੀ ਹੈ ਉਹ ਇਸ ਚੀਜ਼ ਲਈ ਬਣੀ ਆ, ਤੇ ਹੋਰ ਕੋਈ ਰਸਤਾ ਤਾਂ ਹੈ ਹੀ ਨਹੀਂ, ਇਸ ਕਰਕੇ ਆਪਣਾ ਦਿਮਾਗ ਖਰਾਬ ਕਰਨ ਦਾ ਫਾਇਦਾ ਹੀ ਨਹੀਂ ਆ ਕਿ ਨਹੀਂ, ਤੇ ਡਰਨ ਦਾ ਵੀ ਫਾਇਦਾ ਨਹੀਂ ਆ। ਸਹੀ ਗੱਲ ਆ। ਨੈਕਸਟ ਕੁਐਸਚਨ। ਤੁਹਾਡੇ ਵਿਆਹ ਨੂੰ ਇੰਨਾ ਟਾਈਮ ਨਹੀਂ ਹੋਇਆ ਐਂਡ ਡਾਇਰੈਕਟ ਬੇਬੀ ਚਾਹੁੰਦੇ ਸੀ ਤੁਸੀਂ ਚਾਹੁੰਦੇ ਸੀ? ਕਈ ਕੁਐਸਚਨ। ਸਾਡੇ ਵਿਆਹ ਨੂੰ 1.5 ਸਾਲ ਹੋ ਗਿਆ ਹੁਣ, ਇਸ ਸਾਲ 2 ਸਾਲ ਹੋ ਜਾਣੇ ਆ। ਯੈਸ। ਓਕੇ, ਮੈਂ ਪੂਰੇ 1 ਸਾਲ ਬਾਅਦ ਪ੍ਰੈਗਨੈਂਟ ਹੋਈ ਹਾਂ ਹਨਾ, ਪਰ ਸਾਨੂੰ
ਮਿਲਿਆ ਨੂੰ ਆਪਾਂ ਇੱਕ ਦੂਜੇ ਨੂੰ ਵੀ ਜਾਣਦੇ ਕਿੰਨੇ ਕਾਫੀ ਸਾਲਾਂ time ਤੋਂ 6-7 ਸਾਲ ਸਾਨੂੰ ਹੋ ਗਿਆ ਸੋ ਤੁਹਾਨੂੰ ਪਤਾ ਇੱਕ ਟਾਈਮ ਆਉਂਦਾ ਆ ਜਿੱਥੇ ਤੁਸੀਂ ਬਸ ਤੁਹਾਨੂੰ ਲੱਗਦਾ ਹੈ ਕਿ ਹੁਣ ਸਾਡੀ ਇੱਕ ਫੈਮਿਲੀ ਹੋਣੀ ਚਾਹੀਦੀ ਆ ਯੂ ਫੀਲ ਇਟ ਕਿ ਨਹੀਂ ਯੈਸ ਬਸ ਉਹੀ ਟਾਈਮ ਹੁਣ ਆ ਗਿਆ ਸੀ ਮੇਰੇ ਵਾਲ ਅਜੇ ਵੀ ਗਿੱਲੇ ਆ ਵਾਹ ਬੜੇ ਸੋਹਣੇ ਵਾਲ ਆ So next question, is it hard to sleep with a baby belly? ਯਾ ਬਹੁਤ ਔਖਾ really ਮੈਨੂੰ ਏਦਾਂ ਲੱਗਦਾ ਜਿੱਦਾਂ ਮੈਂ ਹਾਥੀ ਆ ਪਹਿਲਾਂ ਮੈਨੂੰ ਬਿਲਕੁਲ ਨਹੀਂ ਔਖਾ ਲੱਗਾ ਪਰ ਹੁਣ 1 ਮਹੀਨੇ ਤੋਂ ਨਾ ਮੇਰੇ ਕੋ ਲੰਮੇ ਪਿਆ ਜਾਂਦਾ ਨਾ ਸੁੱਤਾ ਜਾਂਦਾ ਨਾ ਉੱਠਿਆ ਜਾਂਦਾ ਕੁਝ ਵੀ ਨਹੀਂ ਹੁੰਦਾ ਮੇਰੇ ਕੋਲੋਂ ਮੇਰੇ ਕੋ ਜ਼ਿਆਦਾ ਚਿਰ ਤੁਰ ਵੀ ਨਹੀਂ ਹੁੰਦਾ ਕਿਉਂਕਿ ਰਾਤ ਨੂੰ ਵੀ ਹਰ 2-2 ਘੰਟੇ ਬਾਅਦ ਉੱਠਣੀ ਆ ਬਾਥਰੂਮ ਜਾਣਾ ਪੈਂਦਾ ਬਾਰ-ਬਾਰ ਤੇ ਫਿਰ ਜਦੋਂ ਹਿਲਦੀ ਆ ਬੈੱਡ 'ਚ ਸਭ ਕੁਝ ਹਿਲਦਾ ਵਾ ਨਾ ਵੀ ਉੱਠ ਜਾਂਦਾ ਸਹੀ ਗੱਲ ਮੈਂ ਝੂਠ ਥੋੜੀ ਬੋਲਦਾ वो तो फिर बाद में निकलना ना इतनी बेइज्जती महसूस हो रही है आज मुझको कोई बात नहीं इतना तो चलता है वीडियो ਦੇ ਬਾਅਦ ਚ ਗੱਲ ਕਰਾਂਗੇ ਆਪਾਂ कोई बात नहीं सो ਇਹ ਥੋੜਾ ਡੀਪ ਸਵਾਲ ਆ ਸਾਡੀ ਬੇਬੀ ਨਹੀਂ ਹੁੰਦਾ ਐਨੀ ਟਿਪਸ ਨਹੀਂ ਟਿਪਸ ਤਾਂ ਨਹੀਂ ਹੈਗੇ ਪਰ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂ ਕਿਉਂਕਿ ਮੈਨੂੰ ਇੱਕ ਕਹਾਣੀ ਯਾਦ ਆਈ ਹੈ ਸੁਣਾਓਗੇ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਇੱਕ ਬਹੁਤ ਵੱਡਾ ਮਹਾਰਾਜਾ ਸੀ ਤੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿੱਦਾਂ ਉਹ ਨੱਚਣ ਵਾਲੀਆਂ ਨੂੰ ਸੱਦੇ ਹੁੰਦੇ ਸੀ ਹਨਾ ਬੈਲੀ ਡਾਂਸਰ ਨਹੀਂ ਤੇ ਇੱਕ ਜਿਹੜਾ ਮਹਾਰਾਜਾ ਸੀ ਉਹ ਕਹਿੰਦਾ ਸੀ ਕਿ ਮੈਨੂੰ ਇੱਕ ਨੱਚਣ ਵਾਲੀ ਬਹੁਤ ਪਸੰਦ ਆਈ ਤੇ ਮੈਂ ਬਹੁਤ ਖੁਸ਼ ਹੋਇਆ ਅੱਜ ਤੇਰੇ ਤੋਂ ਤੇ ਜੋ ਤੂੰ ਮੰਗਣਾ ਆ ਤੂੰ ਮੰਗ ਹਨਾ ਜੋ ਤੂੰ ਮੰਗਣਾ ਚਾਹੁੰਦੀ ਆ ਤੂੰ ਮੰਗ ਸਕਦੀ ਆ ਅੱਗੇ ਜੋ ਤੂੰ ਮੰਗਣਾ ਚਾਹੁੰਦੀ ਹੈ ਤੂੰ ਮੰਗ ਸਕਦੀ ਯਾ ਤੇ ਉਹ ਅੱਗੋਂ ਕਹਿੰਦੀ ਆ ਕਿ ਮੈਨੂੰ ਕੁਝ ਵੀ ਨਹੀਂ ਚਾਹੀਦਾ ਨਾ ਕਿਉਂਕਿ ਤੂੰ ਮੈਨੂੰ ਕੁਝ ਵੀ ਨਹੀਂ ਦੇ ਸਕਦਾ ਤੇ ਉਹ ਕਹਿੰਦਾ ਕਿ ਮੈਂ ਇੰਨਾ ਵੱਡਾ ਮਹਾਰਾਜਾ ਆ ਮੇਰੇ ਕੋ ਇੰਨੇ ਪੈਸੇ ਆ ਮੈਂ ਤੈਨੂੰ ਸਾਰਾ ਕੁਝ ਦੇ ਸਕਦਾ ਤੂੰ ਮੰਗ ਤਾਂ ਸਹੀ ਅੱਗੋਂ ਕਹਿੰਦੀ ਹੈ ਕਿ ਤੂੰ ਮੈਨੂੰ ਉਹ ਚੀਜ਼ ਦੇ ਜਿਹੜੀ ਮੇਰੀ ਕਿਸਮਤ 'ਚ ਨਹੀਂ ਲਿਖੀ ਜਾਂ ਉਹ ਚੀਜ਼ ਦੇ ਜਿਹੜਾ ਮੈਨੂੰ ਮਿਲਣ ਦਾ ਟਾਈਮ ਨਹੀਂ ਅਜੇ ਹੋਇਆ ਮਤਲਬ ਜਿਹੜੀ ਮੇਰੀ ਕਿਸਮਤ 'ਚ ਅਜੇ ਨਹੀਂ ਲਿਖੀ ਜਾਂ ਬਿਲਕੁਲ ਨਹੀਂ ਲਿਖੀ ਤੂੰ ਮੈਨੂੰ ਉਹ ਚੀਜ਼ ਦੇ ਸਕਦਾ ਆ ਨਹੀਂ ਦੇ ਸਕਦਾ ਆਬਵੀਅਸਲੀ ਉਹ ਵਾਲੀ ਚੀਜ਼ ਤੇ ਇਸ ਕਰਕੇ ਹਰ ਇੱਕ ਦੀ ਆਪਣੀ ਆਪਣੀ ਕਿਸਮਤ ਹੁੰਦੀ ਆ ਤੇ ਬਹੁਤ ਸੋਹਣੀ ਕਹਾਣੀ ਹੈ ਆਈ ਹੋਪ ਕਿ ਤੁਹਾਡੇ ਜਲਦੀ ਬੇਬੀ ਹੋ ਜੀ ਯੈਸ ਆਫ ਕੋਰਸ ਵੀ ਵਿਸ਼ ਯੂ ਗੁੱਡ ਲੱਕ ਯਾ ਸੋ ਨੈਕਸਟ ਕੁਐਸਚਨ ਸਰਵਰਾਜ ਤੁਹਾਡੀ ਹੈਲਪ ਕਰਦੇ ਆ ਮੈਨੂੰ ਤੇ ਲੱਗਦਾ ਵਾ ਕੀ ਮੈਨੂੰ ਇਹ ਨਹੀਂ ਕਹਿੰਦੇ ਨਹੀਂ ਸਰ ਇਹ ਲਿਆ ਵਾ ਕਿ ਸਰਵਰਾਜ ਤੁਹਾਡੀ ਹੈਲਪ ਕਰਦੇ ਆ ਯਾ ਸਰਵਰਾਜ ਮੇਰੀ ਬਹੁਤ ਹੈਲਪ ਕਰਦੇ ਆ that's right she's my woti you know you have to take care of your woti yeah of your moti what so ਮੇਰੀ ਕੈਮਰੇ ਦੀ ਬੈਟਰੀ ਲੋ ਗਈ ਸੀ okay no problem I'm shooting home no problem so let's continue things you love about your pregnancy my belly yeah I know this ਤੁਹਾਨੂੰ ਪਤਾ ਕਦੇ ਵੀ ਤੁਹਾਨੂੰ ਢਿੱਡ ਪਿੱਛੇ ਨਹੀਂ ਖਿੱਚਣਾ ਪੈਂਦਾ ਖਾਣਾ ਖਾ ਕੇ ਜਾਂ ਜਦੋਂ ਤੁਸੀਂ ਕਿਤੇ ਬੈਠੇ ਹੁੰਦੇ ਹੋ ਕਿਉਂਕਿ ਤੁਸੀਂ ਪ੍ਰੈਗਨੈਂਟ ਹੋ ਤੁਸੀਂ ਆਪਣਾ ਢਿੱਡ ਖੁੱਲ੍ਹਾ ਛੱਡ ਸਕਦੇ ਹੋ ਤੇ ਨਹੀਂ ਪਰ ਇੱਥੇ ਕਈ ਲੋਕੀ ਵੈਸੇ ਜਰਮਨ ਦੇ ਵਿੱਚ ਬਹੁਤ ਨਾਈਸ ਹੁੰਦੇ ਆ ਜਿੱਦਾਂ ਹੁਣ ਮੈਂ ਕਿਸੇ ਕਿਊ ਵਿੱਚ ਖਲੋਤੀ ਆ ਤੇ ਉਹਨਾਂ ਨੇ ਦੇਖ ਲਿਆ ਕਿ ਉਹ ਪ੍ਰੈਗਨੈਂਟ ਹੈ ਤੁਸੀਂ ਕਹਾਂ ਆ ਜਾਓ ਜਾਂ ਫਿਰ ਕਿਸੇ ਚੀਜ਼ ਦੀ ਵੇਟ ਕਰਦੇ ਪਏ ਤੁਸੀਂ ਪ੍ਰੈਗਨੈਂਟ ਹੋ ਗੱਡੀਆਂ ਦੂਰੋਂ ਹੀ ਰੁਕਣੀਆਂ ਸ਼ੁਰੂ ਹੋ ਜਾਂਦੀਆਂ ਸੜਕ ਪਾਰ ਕਰ ਲਓ ਤੁਸੀਂ ਪ੍ਰੈਗਨੈਂਟ ਹੋ yeah this is quite nice ਤੇ ਨਾਲੇ the best second thing is ਕਿ ਤੈਨੂੰ ਖਾਣ ਪੀਣ 'ਚ ਕੋਈ ਰੋਕ ਨਹੀਂ ਸਹੀ ਗੱਲ ਆ ਵਾਹ ਪਹਿਲਾਂ ਹਮੇਸ਼ਾ ਕੋਈ ਨਾ ਖਾਂਦੀ ਆ ਨਾ ਮੈਂ ਆਪ ਹੈਰਾਨ ਹੋ ਜਾਣਾ ਵੇਖ ਕੇ ਖਾਂਦੇ ਪੀਂਦੇ ਘਰ ਦੀ ਕੁੜੀ ਸਹੀ ਗੱਲ ਸ਼ਾਬਾਸ਼ so ਹੋਰ question you love ਮੇਨ ਪੁਆਇੰਟ ਸੀ ਮੇਨ ਪੁਆਇੰਟ ਇਹੀ ਸੀ so ਤੁਸੀਂ ਬॉय ਜਾਂ ਗਰਲ ਚਾਹੁੰਦੇ ਸੀ ਇੱਥੇ ਆਪਾਂ ਜਵਾਬ ਦਿੱਤਾ ਸੀ ਪਹਿਲਾਂ ਹੀ ਹਨਾ ਕਿ ਆਪਾਂ ਕੀ ਚਾਹੁੰਦੇ ਸੀ ਯਾ ਨਹੀਂ ਵੈਸੇ ਤੇ ਆਪਾਂ ਸੋਚਿਆ ਸੀ ਅਸੋ ਜੇ ਤੇ ਚਾਹੁੰਦੇ ਵੀ ਸੀ ਆਪਾਂ ਕਿ ਕੁੜੀ ਪਹਿਲਾਂ ਹੋਵੇ ਇਹ ਹਮੇਸ਼ਾ ਕਹਿੰਦੇ ਸੀ ਕਿ ਮੈਂ ਚਾਹੁੰਦਾ ਆ ਕਿ ਮੇਰਾ ਪਹਿਲਾ ਬੀਬੀ ਕੁੜੀ ਹੋਵੇ ਤੇ ਮੈਨੂੰ
ਮੈਨੂੰ ਹੈਲਦੀ ਹੋਣਾ ਚਾਹੀਦਾ ਮੇਰੇ ਲਈ ਬॉय ਜਾਂ ਗਰਲ ਇਹ ਤੇ ਮੇਰੇ ਵਾਸਤੇ ਵੀ ਸੀ ਪਰ ਆਬਵੀਅਸਲੀ ਜੇ ਹੁਣ ਜਿੱਦਾਂ ਪਹਿਲੀ ਕੁੜੀ ਆ ਤੇ ਦੋਨੇ ਚੀਜ਼ਾਂ ਹੋਣੀਆਂ ਚਾਹੀਦੀਆਂ ਆ ਮਤਲਬ ਵੈਰੀ ਇੰਪੋਰਟੈਂਟ ਯਾ ਸੋ ਨੈਕਸਟ ਕੁਐਸਚਨ ਇਜ਼ ਤੁਸੀਂ ਆਪਣੇ ਪੇਰੈਂਟਸ ਕੋਲ ਕਿਉਂ ਨਹੀਂ ਰਹਿੰਦੇ ਇਨ ਯੋਰ ਪ੍ਰੈਗਨੈਂਸੀ ਮੈਂ ਰਹਿੰਦੀ ਆ 3 ਦਿਨ ਇੱਥੇ ਰਹਿੰਦੀ 4 ਦਿਨ ਉੱਥੇ ਮੈਂ ਆਪਾਂ ਵੀਕਐਂਡ ਤੇ ਇੱਧਰ ਨੂੰ ਆ ਜਾਂਦੇ ਆ ਕਿਉਂਕਿ ਮੈਂ ਸ਼ੁਰੂ ਤੋਂ ਆਦਤ ਬਣਾਈ ਹੋਈ ਆ ਵੈਸੇ ਆਪਾਂ ਸੈਚਰਡੇ ਸ਼ਾਮ ਨੂੰ ਆਈਦਾ ਆ ਤੇ ਮੰਡੇ ਸਵੇਰੇ ਵਾਪਸ ਚਲ ਜਾਂਦੇ ਆ ਕਿਉਂਕਿ ਜ਼ਿਆਦਾਤਰ ਮੈਨੂੰ ਨਹੀਂ ਪਤਾ ਮੇਰਾ ਜੀ ਨਹੀਂ ਲੱਗਦਾ ਇਹਨਾਂ ਤੋਂ ਪਹਿਲਾਂ ਕਿਉਂਕਿ ਆਦਤ ਜੀ ਪੈ ਗਈ ਆ ਹਨਾ ਤੇ ਜਦੋਂ ਇਹ ਨਾਲ ਹੁੰਦੇ ਆ ਤੇ ਨਾਲ ਹੁੰਦੇ ਆ ਤੇ ਵਧੀਆ ਲੱਗਦਾ ਆ ਬਿਲਕੁਲ ਯਾ ਪਰ ਮੈਂ ਰਹਿੰਦੀ ਆ ਤੁਸੀਂ ਆਪਣੇ ਹੋਮ ਟਾਊਨ ਵਿੱਚ ਬਰਥ ਦੇਣਾ ਚਾਹੁੰਦੇ ਹੋ ਇਨ ਡਾਰਟਮੰਡ ਸਿਟੀ ਯੂ ਵਾਂਟ ਅੱਛਾ ਨਹੀਂ ਇਸ ਕਰਕੇ ਸਾਡਾ ਮੇਰਾ ਹੋਮ ਟਾਊਨ ਬਹੁਤ ਵਧੀਆ ਆ ਨਾ ਮੇਰਾ ਜਿਹੜਾ ਡਾਰਟਮੰਡ ਸਿਟੀ ਆ ਨਾ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਪਤਾ ਨਹੀਂ ਐ ਫਸਟ ਕਲਾਸ ਠੀਕ ਹੈ ਫਸਟ ਕਲਾਸ ਜੇ ਪਰ ਯਾ ਸਾਰੀਆਂ ਚੀਜ਼ਾਂ ਸਾਡੀਆਂ ਜ਼ਿਆਦਾਤਰ ਉੱਧਰ ਪਈਆਂ ਆ ਤੇ ਇਹਨਾਂ ਦਾ ਵੀ ਬਰਥ ਖਲੋਨ ਦੇ ਵਿੱਚ ਹੋਇਆ ਸੀ ਇਸ ਕਰਕੇ ਸਾਡੀ ਬੇਬੀ ਵੀ ਉੱਥੇ ਹੋਏਗੀ ਸੋ ਨੈਕਸਟ ਕੁਐਸਚਨ ਐਂਡ ਦ ਲਾਸਟ ਕੁਐਸਚਨ ਤੁਸੀਂ ਕੀ ਬਾਈ ਕੀਤਾ ਬੇਬੀ ਲਈ My parents won't let me buy anything before the baby arrives. Oh, holy. Hello. ਨਹੀਂ ਮੈਨੂੰ ਪਤਾ ਕਿ ਇੰਡੀਆ ਦੇ ਵਿੱਚ ਸੱਚੀ ਬਹੁਤ ਸਟ੍ਰਿਕਟ ਨੇ ਪਰ ਆਪਾਂ ਦੇ ਪੂਰੀ ਆਪਾਂ ਮੇਰੇ ਪੇਕਿਆਂ ਮਤਲਬ ਮੇਰੇ ਪੇਰੈਂਟਸ ਨੇ ਵੀ ਸਾਰਾ ਕੁਝ ਲੈ ਕੇ ਰੱਖਿਆ ਸੀ ਬੈੱਡ ਸਭ ਕੁਝ ਫੁੱਲ ਪਤਾ ਫੁੱਲ ਆ ਟੇਬਲ ਹੈ ਜਿੱਥੇ ਉਹਦਾ ਡਾਈਪਰ ਚੇਂਜਿੰਗ ਟੇਬਲ ਥਿੰਗ ਤੇ ਬੇਬੀ ਟੱਬ ਯਾ ਸਾਰੀਆਂ ਚੀਜ਼ਾਂ ਕੱਪੜੇ ਸਭ ਕੁਝ ਹੈਗਾ ਪੈਂਪਰਸ ਸਭ ਕੁਝ A to Z ਖਿਡੌਣੇ ਨਿੱਕੀਆਂ ਚੀਜ਼ਾਂ ਜਿੱਦਾਂ ਬੇਬੀ ਕੈਮ ਤੇ ਸਭ ਕੁਝ ਇਹੋ ਜਿਹੀਆਂ ਜਾਂ ਆਪਾਂ ਜ਼ਿਆਦਾਤਰ ਸਾਰੀਆਂ ਚੀਜ਼ਾਂ ਲੈ ਲਈਆਂ ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਲਈ ਸੀ ਉਹ ਸੀ ਸਾਡੀ ਸੌਰੀ ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਲਈ ਸੀ ਸਾਡੀ ਬੇਬੀ ਬੱਗੀ ਜਾਂ ਉਹਦਾ ਕੰਪਲੀਟ ਸੈੱਟ ਸਾਨੂੰ ਆ ਮੈਨੂੰ ਹੈ ਕਿ ਮੈਂ ਉਹਨੂੰ ਸਾਰੀਆਂ ਚੀਜ਼ਾਂ ਲੈ ਕੇ ਦੇਵਾਂ ਕਿਉਂਕਿ ਭਾਵੇਂ ਆਣ ਭਾਵੇਂ ਨਾ ਆਣ ਪਹਿਲਾਂ ਲੈ ਕੇ ਰੱਖ ਲੈਣੀਆਂ ਨੇ ਸ਼ੌਕ ਬਹੁਤ ਆ ਕਿ ਸਾਰੇ ਕਹਿੰਦੇ ਕਿ ਨਾ ਤੁਸੀਂ ਬਹੁਤ ਜ਼ਿਆਦਾ ਚੀਜ਼ਾਂ ਨਾ ਲਓ ਬਹੁਤ ਜ਼ਿਆਦਾ ਕੱਪੜੇ ਨਾ ਲਵੋ ਪਰ ਕੀ ਕਰੀਏ ਹੁਣ ਸ਼ੌਕ ਬਹੁਤ ਮਤਲਬ ਦਿਲ ਕਰਦਾ ਜਦੋਂ ਵੀ ਬੇਬੀ ਦੀਆਂ ਚੀਜ਼ਾਂ ਦੇਖੀ ਦਿਲ ਕਰਦਾ ਹਾਏ ਆ ਵੀ ਲੈ ਲਓ ਦਿੱਲੀ ਹਾਏ ਆ ਕਿੰਨੀ ਸੋਹਣੀ ਫਰੋਕ ਆ ਅਜੇ ਮੈਂ ਆਪਣੇ ਬਹੁਤ ਕੰਟਰੋਲ ਕੀਤਾ ਆ ਅਜੇ ਆਪਾਂ ਇੰਨੇ ਜ਼ਿਆਦਾ ਨਹੀਂ ਕੱਪੜੇ ਲਏ ਪਰ ਚੀਜ਼ਾਂ ਬਹੁਤ ਸੋਹਣੀਆਂ ਮਿਲਦੀਆਂ ਆ ਤੇ ਆਟੋਮੈਟਿਕਲੀ ਦਿਲ ਕਰਦਾ ਲੈਣ ਨੂੰ ਯਾ ਕਦੇ ਮੈਂ ਵੀ ਕਹਿੰਦਾ ਆ ਵੀ ਲੈ ਉਹ ਵੀ ਲੈ ਇਹਦੀ ਵੀ ਲੋੜ ਹੈ ਇਹ ਵੀ ਚਾਹੀਦਾ ਸਾਨੂੰ ਮੈਨੂੰ ਲੱਗਦਾ ਮੈਂ ਕਿ ਨਹੀਂ ਮੈਨੂੰ ਨਹੀਂ ਲੱਗਦਾ ਸਾਨੂੰ ਚਾਹੀਦਾ ਨਹੀਂ ਮੈਨੂੰ ਲੱਗਦਾ ਸਾਨੂੰ ਚਾਹੀਦਾ ਆ ਇਹ 3-4 ਮਹੀਨੇ ਬਾਅਦ ਤੇ ਚਾਹੀਦਾ ਹੀ ਆ ਨਾ ਕਿਊਟੀ ਬॉय ਯਾ ਸੋ ਅੱਜ ਸਾਡੇ ਕੁਐਸਚਨਸ ਸੀ ਸਾਡੇ ਕੋਲ ਹੋਰ ਵੀ ਜ਼ਿਆਦਾ ਕੁਐਸਚਨਸ ਹੈਗੇ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਲਿਖ ਸਕਦੇ ਹੋ ਤੇ ਥੈਂਕ ਯੂ for listening and watching ਨਹੀਂ ਆਪਾਂ ਉਹਦਾ ਨਾਮ ਰਿਵੀਲ ਕਰਨਾ ਚਾਹੁੰਦੇ ਸੀ ਸਾਡੀ ਬੇਬੀ ਗਰਲ ਦਾ ਨਾਮ ਕੀ ਹੋਣਾ ਆ God's gift God gifted yes God gifted ਉਹਦਾ ਨਾਮ ਆ ਸੁਰਵੀਨ ਆਪਾਂ ਨਾ ਬਹੁਤ ਟਾਈਮ ਤੋਂ ਸੋਚ ਕੇ ਰੱਖਿਆ ਸੀ ਕਿ ਜੇ ਕੁੜੀ ਹੋਏਗੀ ਤੇ ਆਪਾਂ ਉਹਦਾ ਨਾਮ ਸੁਰਵੀਨ ਰੱਖਾਂਗੇ ਆਪਾਂ ਮੇਬੀ ਇੱਕ ਸੈਕਿੰਡ ਨਾ ਵੀ ਕਢਾਵਾਂਗੇ ਪਰ ਉਹਨੂੰ ਆਪਾਂ ਸੁਰਵੀਨ ਹੀ ਸੱਦਣਾ ਆ ਯੈਸ ਬੁਲਾਉਣਾ ਯਾ baby Serene is arriving in some weeks in 14 days ਤੇ ਜੇ some weeks ਕਿਸੇ ਵੀ ਵਕਤ ਵੈਸੇ ਹੋ ਸਕਦੀ ਆ ਸਾਨੂੰ ਨਹੀਂ ਪਤਾ ਕਿ ਭਾਵੇਂ ਮਹੀਨਾ ਲਾ ਦੇ ਜਾਂ ਫਿਰ 2 ਹਫ਼ਤੇ ਜਾਂ ਫਿਰ 1 ਹਫ਼ਤਾ ਕੋਈ ਪਤਾ ਨਹੀਂ ਕਿਉਂਕਿ ਮੇਰੀ ਫੈਮਿਲੀ ਦੇ ਵਿੱਚ ਸਾਰੇ ਆਪਾਂ ਬਹੁਤ अर्ਲੀ ਹੋ ਗਏ ਸੀ 2 ਹਫ਼ਤੇ 2.5 ਹਫ਼ਤੇ ਪਹਿਲਾਂ ਤੇ ਮੈਂ ਔਨ ਟਾਈਮ ਤੁਸੀਂ ਸਾਰੇ ਔਨ ਟਾਈਮ ਪੰਕਚੁਅਲ ਪਰ ਮੇਰਾ ਬੋਡੀ ਸਟਰਕਚਰ ਤੇ ਹੁਣ ਮੇਰੀ ਫੈਮਿਲੀ ਤੇ ਹੀ ਜਾਣਾ ਸਹੀ ਹੈ ਬਿਲਕੁਲ of course okay thank you for watching thank you bye bye tata assalamu alaikum sat sri akal namaste ਸਾਰਿਆਂ ਨੂੰ ਬੋਲਿਓ ਚੂਸ